ਜਿਹੜਾ ਅੱਜ ਦਾ ਮੇਰਾ ਵਿਸ਼ਾ ਹੈ ਉਹ ਹੈ ਕਿ ਗੁਰੂ ਤੇਗ ਬਹਾਦਰ ਜੀ ਐਂਡ ਸੋਸ਼ਲ ਹਾਰਮਨੀ ਐਂਡ ਪੀਸ। ਜਦੋਂ ਅਸੀਂ ਰਾਸ਼ਟਰੀਅਤ ਦੀ ਗੱਲ ਕਰਦੇ ਹਾਂ, ਨੈਸ਼ਨਲਿਜ਼ਮ ਦੀ ਗੱਲ ਕਰਦੇ ਹਾਂ, ਤਾਂ ਨੈਸ਼ਨਲਿਜ਼ਮ ਦੇ ਨਾਲ ਹੀ ਇੱਕ ਹਾਰਮਨੀ ਤੇ ਪੀਸ ਦਾ ਮਸਲਾ ਵੀ ਵਿਸ਼ਵ ਚਿੰਤਨ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ। ਹਾਰਮਨੀ, ਜਿਸ ਤਰ੍ਹਾਂ ਕੱਲ੍ਹ ਦੇ ਵਿਦਵਾਨ ਗੱਲ ਕਰ ਰਹੇ ਨੇ ਕਿ ਹਾਰਮਨੀ ਦਾ ਮਤਲਬ ਇਕਸਾਰਤਾ ਨਹੀਂ, ਇੱਕ ਸੁਰਤਾ ਹੈ। ਜਦੋਂ ਕੋਈ ਇੱਕੋ ਹੀ ਇੱਕ ਸੁਰ ਵੱਜਦੀ ਰਹੇ ਤੇ ਸੁਰਾਂ ਦਾ ਸੰਗਮ ਨਾ ਹੋਵੇ ਤਾਂ ਉਹ ਸ਼ੋਰ ਹੁੰਦਾ। ਇੱਕ ਬਾਗ ਦੇ ਵਿੱਚ ਇੱਕੋ ਹੀ ਤਰ੍ਹਾਂ ਦਾ ਫੁੱਲ ਖਿੜਿਆ ਹੋਵੇ ਤਾਂ ਬਾਗ ਦੀ ਖੂਬਸੂਰਤੀ ਨਹੀਂ ਰਹਿੰਦੀ। ਸੋ ਜਿਹੜਾ ਸਾਡਾ ਸੰਸਾਰ ਹੈ, ਦੁਨੀਆ, ਸਮਾਜਿਕ ਜੀਵਨ, ਇਹ ਵੰਨ-ਸੁਵੰਨਤਾ ਕਰਕੇ। ਤੇ ਮੈਨੂੰ ਗੱਲ ਯਾਦ ਆਉਂਦੀ ਹੈ ਕਿ ਸਾਡੇ ਜਦੋਂ ਸਵਾਮੀ ਵਿਵੇਕਾਨੰਦ ਜੀ ਵਰਲਡ ਰਿਲੀਜੀਅਸ ਪਾਰਲੀਮੈਂਟ ਦੇ ਵਿੱਚ ਸ਼ਿਕਾਗੋ ਵਿਖੇ 1893 ਦੇ ਵਿੱਚ ਗਏ, ਉਹਨਾਂ ਦੇ ਭਾਸ਼ਣ ਦੀਆਂ ਇੱਕ ਲਾਈਨ ਸਾਡੇ ਲਈ ਅੱਜ ਇਸ ਕੰਟੈਕਸਟ ਦੇ ਵਿੱਚ ਬੜੀ ਇੰਪੋਰਟੈਂਟ ਹੈ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਉਸ ਧਰਤੀ ਤੋਂ ਆਇਆ ਜਿਸ ਧਰਤੀ ਦੇ ਵਿੱਚ ਟੋਲਰੈਂਸ ਨੂੰ ਪ੍ਰਵਾਨ ਕੀਤਾ ਜਾਂਦਾ ਤੇ ਕੋਐਗਜ਼ਿਸਟੈਂਸ ਦੀ ਗੱਲ। ਸੋ ਜਦੋਂ ਅਸੀਂ ਹਾਰਮਨੀ ਦੇ ਨਾਲ ਹੀ ਅੱਗੇ ਆਪਾਂ ਪੀਸ ਦੀ ਗੱਲ ਕਰਾਂਗੇ, ਤੇ ਮੇਰੇ ਅੱਜ ਦੇ ਇਸ ਪੇਪਰ ਦੇ ਵਿੱਚ ਮੈਂ ਜ਼ਿਆਦਾ ਡਿਟੇਲ 'ਚ ਗੱਲਾਂ ਕਰਨ ਦੇ ਨਾਲੋਂ ਪੁਆਇੰਟ ਦੇ ਵਿੱਚ ਗੱਲ ਕਰਾਂਗਾ। ਤੇ ਦੋ ਮਸਲਿਆਂ 'ਤੇ ਅਸੀਂ ਗੱਲ ਕਰਾਂਗੇ। ਪਹਿਲਾ ਹੈਗਾ ਥਿਓਰੀਟੀਕਲ ਤੇ ਦੂਸਰਾ ਵਿਹਾਰਕ ਤੇ ਪ੍ਰੈਕਟੀਕਲ। ਜਦੋਂ ਅਸੀਂ ਥਿਓਰੀਟੀਕਲ ਦੀ ਗੱਲ ਕਰਦੇ ਹਾਂ ਤਾਂ ਥਿਓਰੀਟੀਕਲੀ ਇੱਕ ਸਟੇਟਮੈਂਟ ਹੈ ਹਾਰਮਨੀ ਦੇ ਲਈ ਕਿ ਸੈਂਸ ਆਫ ਵਨਨੈਸ ਕ੍ਰੀਏਟਸ ਸੋਸ਼ਲ ਸੈਂਸਿਬਿਲਿਟੀ ਐਂਡ ਰਿਸਪੌਂਸਿਬਿਲਿਟੀ। ਸੋਸ਼ਲ ਹਾਰਮਨੀ ਦੇ ਵਿੱਚ ਸੈਂਸਿਬਿਲਿਟੀ ਐਂਡ ਰਿਸਪੌਂਸਿਬਿਲਿਟੀ ਦੀ ਕੀ ਜ਼ਰੂਰਤ ਹੈ, ਇਹ ਆਪਾਂ ਅੱਗੇ ਜਾ ਕੇ ਡਿਸਕਸ ਕਰਾਂਗੇ। ਇਹ ਅਸੀਂ ਸਾਰੇ ਜਾਣਦੇ ਹਾਂ ਕਿ ਇੱਕ ਓਂਕਾਰ, ਇੱਕ ਸੱਚ ਵਿੱਚ ਵਿਸ਼ਵਾਸ ਹੈ ਕਿ ਜਿਹੜਾ ਸਭ ਦੀ ਏਕਤਾ ਦਾ ਸਾਂਝਾ ਆਧਾਰ ਹੈ। ਤੇ ਜਦੋਂ ਅਸੀਂ ਖੁਸ਼ੀ ਦੀ ਗੱਲ ਕਰਦੇ ਹਾਂ ਜਾਂ ਪੀਸ ਦੀ ਗੱਲ ਕਰਦੇ ਹਾਂ ਤਾਂ ਪੀਸ ਦੇ ਵਿੱਚ ਗੁਰੂ ਮਹਾਰਾਜ ਦੀ ਜਾਂ ਬਾਣੀ ਸਾਨੂੰ ਹੁਕਮ ਦੇ ਵਿੱਚ ਰਹਿਣਾ ਸਿਖਾਉਂਦੀ ਹੈ। ਤੇ ਹੁਕਮ ਦੇ ਵਿੱਚ ਰਹਿਣ ਦੇ ਨਾਲ ਹੀ ਜਿਹੜਾ ਮਨੁੱਖ ਦਾ ਇੱਕ ਸੱਚਾ ਜਿਹੜਾ ਕਿਰਦਾਰ ਹੈ ਉਹ ਡਿਵੈਲਪ ਹੋ ਸਕਦਾ ਹੈ। ਦੂਸਰਾ ਪੁਆਇੰਟ ਇਹਦੇ ਵਿੱਚ ਸਿਧਾਂਤਕ ਤੌਰ ਤੇ ਹੈ ਕਿ ਗੁਰਬਾਣੀ ਜਾਂ ਗੁਰਮਤਿ ਦੇ ਵਿੱਚ ਨਿੱਜ ਨੂੰ ਸਮੂਹ ਭਾਵ ਸੰਗਤ ਦੇ ਨਾਲ ਜੋੜਿਆ ਤੇ ਨਾਮ ਜਿਹੜਾ ਹੈਗਾ ਉਹ ਪਰਸਨਲ ਅਟੇਨਮੈਂਟ ਨਾ ਹੋ ਕੇ ਇੱਕ ਜਾਂ ਪਰਸਨਲ ਅਚੀਵਮੈਂਟ ਲਈ ਨਹੀਂ ਹੈ, ਬਲਕਿ ਸਰਬੱਤ ਦੇ ਭਲੇ ਦੇ ਲਈ ਹੈ। ਤੇ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸਪਿਰਚੁਅਲਿਟੀ ਹੈ, ਜੇਕਰ ਅਸੀਂ ਇਹਨੂੰ ਨਾਂ ਦੇਣਾ ਹੋਵੇ ਤਾਂ ਅਸੀਂ ਕਹਾਂਗੇ ਕਿ ਇਹ ਸੋਸ਼ਲ ਸਪਿਰਚੁਅਲਿਟੀ ਹੈ। ਜਦੋਂ ਤੁਸੀਂ ਮਿਸਟੀਕਲ ਐਕਸਪੀਰੀਅੰਸ ਦੇ ਬਾਰੇ ਪੜ੍ਹਦੇ ਹੋ ਤਾਂ ਜ਼ਿਆਦਾਤਰ ਲੋਕੀ ਕਹਿੰਦੇ ਕਿ ਮਿਸਟੀਕਲ ਐਕਸਪੀਰੀਅੰਸ ਪਰਸਨਲ ਹੁੰਦਾ ਹੈ, ਬਟ ਜਦੋਂ ਗੁਰਮਤਿ ਦੇ ਵਿੱਚ ਅਸੀਂ ਦੇਖਾਂਗੇ ਤਾਂ ਇਹ ਸੋਸ਼ਲ ਸਪਿਰਚੁਅਲਿਟੀ ਜਾਂ ਤੁਸੀਂ ਇਹਨੂੰ ਇੱਕ ਕਲੈਕਟਿਵ ਸਪਿਰਚੁਅਲਿਟੀ ਦਾ ਨਾਮ ਵੀ ਦੇ ਸਕਦੇ ਹੋ। ਤੀਸਰਾ ਨੁਕਤਾ ਜਿਹੜਾ ਕਿ ਜਦੋਂ ਅਸੀਂ ਇਤਿਹਾਸਕ ਲਿਖਤਾਂ ਦੀ ਗੱਲ ਕਰਦੇ ਹਾਂ ਤਾਂ ਹਿਸਟੋਰੀਕਲ ਡਿਸਕੋਰਸ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਤਿਆਗ ਦੀ ਮੂਰਤ ਕਿਹਾ ਗਿਆ ਔਰ ਸਾਹਿਤ ਅਧਿਐਨ ਵਾਲਿਆਂ ਨੇ ਇਹ ਕਿਹਾ ਕਿ ਗੁਰੂ ਮਹਾਰਾਜ ਦੀ ਜਿਹੜੀ ਬਾਣੀ ਹੈ ਇਹ ਵਿਰਾਗਮਈ ਹੈ। ਸੋ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੋਸ਼ਲ ਹਾਰਮਨੀ ਦੇ ਕੰਟੈਕਸਟ ਦੇ ਵਿੱਚ ਸਮਝਾਂਗੇ ਤਾਂ ਸਾਨੂੰ ਤਿਆਗ ਤੇ ਵੈਰਾਗ ਦਾ ਇੱਕ ਗੁਰਮਤਿ ਪ੍ਰਪੇਖ ਦੇ ਵਿੱਚ ਸਮਝਣ ਦਾ ਯਤਨ ਕਰਨਾ ਹੋਏਗਾ, ਕਿਉਂਕਿ ਜਿਹੜਾ ਇਹ ਤਿਆਗ ਹੈ ਇਹ ਉਸ ਕਿਸਮ ਦਾ ਤਿਆਗ ਨਹੀਂ ਹੈ ਕਿ ਆਪਣੀਆਂ ਰਿਸਪੌਂਸਿਬਿਲਿਟੀਆਂ ਤੋਂ ਦੂਰ ਹੋਣਾ, ਬਲਕਿ ਗੁਰੂ ਤੇਗ ਬਹਾਦਰ ਸਾਹਿਬ ਆਪਣੀਆਂ ਜ਼ਿੰਮੇਵਾਰੀਆਂ, ਉਹ ਭਾਵੇਂ ਪਰਿਵਾਰਕ ਜ਼ਿੰਮੇਵਾਰੀਆਂ ਹੋਣ ਜਾਂ ਇੱਕ ਸਮਾਜਿਕ ਜ਼ਿੰਮੇਵਾਰੀਆਂ ਜਾਂ ਇੱਕ ਜਿਸ ਤਰ੍ਹਾਂ ਹੁਣ ਆਪਾਂ ਪੇਪਰ ਸੁਣ ਰਹੇ ਸੀ ਕਿ ਕਾਸਮਿਕ ਕਿਸਮ ਦੀਆਂ ਜਿਹੜੀਆਂ ਰਿਸਪੌਂਸਿਬਿਲਿਟੀਜ਼ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਦੇ ਵਿੱਚੋਂ ਅਸੀਂ ਦੇਖ ਸਕਦੇ ਹਾਂ। ਸੋ ਗੁਰੂ ਮਹਾਰਾਜ ਜੰਗਲਾਂ ਦੇ ਵਿੱਚ ਨਹੀਂ ਗਏ, ਬਲਕਿ ਜਿਸ ਤਰ੍ਹਾਂ ਡਾਕਟਰ ਸਾਗੂ ਜੀ ਨੇ ਪੇਪਰ ਪੜ੍ਹਿਆ ਸੀਗਾ ਕਿ ਇਸ ਮੁਲਕ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਗੁਰੂ ਮਹਾਰਾਜ ਨੇ ਯਾਤਰਾਵਾਂ ਕੀਤੀਆਂ। ਇਹਨਾਂ ਯਾਤਰਾਵਾਂ ਦਾ ਇੱਕ ਉਦੇਸ਼ ਸੀ ਕਿ ਲੋਕਾਂ ਨੂੰ ਸਰਬੱਤ ਦੇ ਜਾਂ ਸਾਂਝੇ ਕਾਰਜਾਂ ਦੇ ਲਈ ਪ੍ਰੇਰਿਤ ਕਰਨਾ ਔਰ ਆਪਣੇ ਮਿਸ਼ਨ ਦਾ ਪ੍ਰਚਾਰ ਕਰਨਾ। ਜਿੱਥੇ ਕਿਤੇ ਲੋਕਾਂ ਨੂੰ ਕੋਈ ਦਿੱਕਤ ਸੀ ਜਾਂ ਨਸ਼ਿਆਂ ਦੀ ਗੱਲ ਹੈ, ਨਸ਼ੇ ਛਡਾਉਣ ਦੀ ਗੱਲ, ਜਾਂ ਫਿਰ ਖੂਹ ਪਟਾਉਣੇ, ਪਾਣੀ ਦਾ ਪ੍ਰਬੰਧ ਕਰਨਾ ਜਾਂ ਲੋਕਾਂ ਨੂੰ ਇੱਕ ਸੰਗਠਿਤ ਕਰਨ ਦਾ ਜਿਹੜਾ ਕੰਮ ਹੈ ਗੁਰੂ ਮਹਾਰਾਜ ਨੇ ਕੀਤਾ। ਹੁਣ ਆਪਾਂ ਗੱਲ ਕਰਾਂਗੇ ਕਿ ਜਿਹੜੀ ਸੋਸ਼ਲ ਹਾਰਮਨੀ ਹੈ, ਕਿਉਂਕਿ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਵਾਂਗਾ ਕਿ ਵਿਸ਼ਵ ਪੱਧਰ 'ਤੇ ਜਿੰਨੀਆਂ ਵੀ ਪੀਸ ਕਾਨਫਰੰਸਿਸ ਹੋਈਆਂ ਨੇ
ਜਾਂ ਸੰਧੀਆਂ ਹੋਈਆਂ ਨੇ ਉਹਨਾਂ ਦਾ ਜ਼ਿਆਦਾਤਰ ਉਹ ਪੋਲੀਟੀਕਲ ਲੈਵਲ ਤੇ ਵਿਚਾਰ ਹੋਈ ਹੈ ਸਰਕਾਰਾਂ ਦੀ ਆਪਸ ਦੇ ਵਿੱਚ, ਪਰੰਤੂ ਪੀਸ ਨੂੰ ਇੱਕ ਅਧਿਆਤਮਿਕ ਪੱਖ ਤੋਂ ਸਮਝਣ ਦੇ ਅਸੀਂ ਵਿਸ਼ਵ ਪੱਧਰ ਤੇ ਯਤਨ ਘੱਟ ਕੀਤੇ ਨੇ। ਸੋ ਜਦੋਂ ਅਸੀਂ ਸੋਸ਼ਲ ਹਾਰਮਨੀ ਦੀ ਗੱਲ ਕਰਾਂਗੇ ਤਾਂ ਜਿਹੜੀਆਂ ਸੋਸ਼ਲ ਹਾਰਮਨੀ ਦੇ ਪਹਿਲਾ ਰਾਹ ਦੇ ਵਿੱਚ ਆਉਂਦੀਆਂ ਰੁਕਾਵਟਾਂ ਦੀ ਗੱਲ ਕਰੀਏ, ਗੁਰਬਾਣੀ ਇੱਕ ਅਥਾਹ ਸਮੁੰਦਰ ਹੈ। ਤੁਸੀਂ ਇੱਕ ਸ਼ਬਦ ਨੂੰ ਵੀ ਲੈ ਕੇ ਜੇਕਰ ਵਿਆਖਿਆ ਕਰੋ ਤਾਂ ਅਸੀਂ ਇਹ ਹਾਰਮਨੀ ਦੀ ਵਿਆਖਿਆ ਕਰ ਸਕਦੇ ਹਾਂ। ਸੋ ਮੈਂ ਕੇਵਲ ਸ਼ੁਰੂ ਦੇ ਵਿੱਚ ਇੱਕ ਸ਼ਬਦ ਲਵਾਂਗਾ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਇੱਕ ਮਿਸਟਿਕ ਲੋਕਾਂ ਨੂੰ, ਜਿਹੜੇ ਰੂਹਾਨੀਅਤ ਦੇ ਮਾਰਗ ਦੇ ਉੱਤੇ ਤੁਰੇ ਹੋਏ ਲੋਕ ਨੇ, ਉਹਨਾਂ ਦੇ ਲਈ ਸ਼ਬਦ ਵਰਤਦੇ ਆ ਸਾਧੂ, ਤੇ ਨਾਲ ਦੀ ਨਾਲ ਐਡਰੈਸ ਹੁੰਦੇ ਆ ਮਨ ਦੇ ਲਈ। ਸੋ ਜਿਹੜੀ ਬੇਸਿਕ ਪ੍ਰੋਬਲਮ ਸਾਡੀ ਹੈਗੀ ਹੈ ਕਿ ਮਨ ਦਾ ਜਿਹੜਾ ਮਾਨ ਹੈ, ਇਹ ਸਾਡੀ ਸਮੱਸਿਆ ਹਾਰਮਨੀ ਦੇ ਵਿੱਚ। ਤੇ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਬਾਣੀ ਦੇ ਵਿੱਚ ਕਹਿੰਦਾ ਕਿ ਸਾਧੋ ਮਨ ਕਾ ਮਾਨ ਤਿਆਗੋ। ਅੱਗੇ ਕਹਿੰਦਾ ਕਿ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨਸ ਭਾਗੋ। ਅੱਗੇ ਮਹਾਰਾਜ ਕਹਿੰਦਾ ਕਿ ਸੁਖ ਦੁੱਖ ਦੋਨੋਂ ਸਮ ਕਰ ਜਾਣੇ ਔਰ ਮਾਨ ਅਪਮਾਨਾ। ਹਰਖ ਸੋਗ ਤੇ ਰਹੇ ਅਤੀਤਾ ਜਿਨ ਜਗ ਤਤ ਪਛਾਨਾ। ਉਸਤਤ ਨਿੰਦਾ ਦੋ ਤਿਆਗੈ ਖੋਜੇ ਪਦ ਨਿਰਵਾਣਾ। ਜਨ ਨਾਨਕ ਇਹ ਖੇਲ ਕਠਨ ਹੈ ਕਿਨੂੰ ਗੁਰਮੁਖ ਜਾਣੇ। ਜਦੋਂ ਆਪਾਂ ਕੇਵਲ ਇਸ ਸ਼ਬਦ ਦੀ ਗੱਲ ਕਰੀਏ ਕਿ ਹਾਰਮਨੀ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਮਨੁੱਖ ਦਾ ਅਭਿਮਾਨ ਹੈ। ਇਹ ਅਭਿਮਾਨ ਔਰੰਗਜ਼ੇਬ ਨੂੰ ਵੀ ਸੀ ਕਿ ਮੇਰੀ ਸੱਤਾ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ, ਜਾਂ ਜੋ ਮੈਂ ਹੁਕਮ ਕੀਤਾ ਇਹਦੀ ਕੋਈ ਚੁਣੌਤੀ ਨਹੀਂ ਦੇ ਸਕਦਾ। ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਚੁਣੌਤੀ ਦਿੱਤੀ ਤਾਂ ਉਹਨਾਂ ਤੋਂ ਇਹ ਗੱਲ ਸਹਿਣ ਨਹੀਂ ਹੋਈ। ਤੇ ਅਗਲੀ ਗੱਲ, ਜਦੋਂ ਮੇਨ ਪ੍ਰੋਬਲਮ ਕੀ ਹੈ, ਜਿਹੜਾ ਕਾਮ ਕ੍ਰੋਧ ਤੇ ਸੰਗਤ ਦੁਰਜਨ ਕੀ। ਜਦੋਂ ਅਸੀਂ ਸੰਗਤ ਦੀ ਗੱਲ ਕਰਦੇ ਹਾਂ ਕਿ ਜਿਹੜੇ ਇੱਕ ਚੰਗੇ ਲੋਕਾਂ ਦੀ ਸੰਗਤ ਦੇ ਨਾਲ ਜਿਹੜਾ ਮਨੁੱਖ ਹੈ, ਜਾਂ ਇੱਕ ਖਾਸ ਕਿਸਮ ਦੀ ਆਪਾਂ ਗੱਲ ਕਰਾਂਗੇ ਕਿ ਜਦੋਂ ਪੀਸ ਦੇ ਸਕਾਲਰ ਪੀਸ ਨੂੰ ਡਿਸਕਸ ਕਰਦੇ ਆ ਤਾਂ ਦੋ ਤਰ੍ਹਾਂ ਦੀ ਸ਼ਾਂਤੀ ਦੀ ਗੱਲ ਕਰਦੇ ਆ। ਇੱਕ ਸ਼ਾਂਤੀ ਦੇ ਲਈ ਸ਼ਬਦ ਵਰਤਦੇ ਆ ਨੈਗੇਟਿਵ ਪੀਸ, ਤੇ ਦੂਸਰੀ ਪੋਜ਼ਿਟਿਵ ਪੀਸ। ਨੈਗੇਟਿਵ ਪੀਸ ਉਹ ਹੁੰਦੀ ਹੈ ਕਿ ਜਦੋਂ ਅਸੀਂ ਫੋਰਸਫੁੱਲੀ ਸ਼ਾਂਤੀ ਕਰਦੇ, ਜਿਸ ਤਰ੍ਹਾਂ ਸਰਕਾਰਾਂ ਨੂੰ ਜਿੱਥੇ ਕਿਤੇ ਗੜਬੜ ਹੈ ਉੱਥੇ ਆਪਣੀ ਸੁਰੱਖਿਆ ਬਲਾਂ ਦੇ ਨਾਲ ਸ਼ਾਂਤੀ ਸਥਾਪਿਤ ਕਰਨ ਦਾ ਯਤਨ ਕੀਤਾ ਜਾਂਦਾ ਹੈ। ਪਰੰਤੂ ਜਿਹੜੀ ਸੋਸ਼ਲ ਪੀਸ ਹੈ ਉਹ ਲੋਕੀ ਆਪਣੇ ਆਪ ਉਹਦੇ ਵਿੱਚ ਰਹਿੰਦੇ ਨੇ। ਸੋ ਗੁਰੂ ਮਹਾਰਾਜ ਸਾਨੂੰ ਕਹਿੰਦਾ ਕਿ ਜਿਹੜੀ ਦੁਰਜਨਗੀ ਸੰਗਤ ਹੈ ਉਹਦੇ ਨਾਲ ਪ੍ਰੋਬਲਮ ਆਉਂਦੀ ਹੈ, ਤੇ ਜੇਕਰ ਗੁਰੂ ਜਨਾਂ ਦੀ ਸੰਗਤ ਹੋਵੇ ਤਾਂ ਸਮਾਜਿਕ ਤੌਰ ਤੇ ਇੱਕ ਹਾਰਮਨੀ ਵਾਲਾ ਵਾਤਾਵਰਨ ਬਣ ਸਕਦਾ ਹੈ। ਤੇ ਇਹਦੇ ਲਈ ਫਿਰ ਮਨੁੱਖ ਨੂੰ ਕਰਨਾ ਕੀ ਪਏਗਾ? ਮਹਾਰਾਜ ਕਹਿੰਦੇ ਕਿ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ। ਕਿ ਆਮ ਤੌਰ ਤੇ ਬਾਣੀ ਦੇ ਵਿੱਚ ਵੀ ਗੁਰੂ ਮਹਾਰਾਜ ਬਾਰ-ਬਾਰ ਇਹ ਜ਼ਿਕਰ ਕਰਦੇ ਆ ਕਿ ਲੋਕੀ ਆਪਣੇ ਸੁੱਖ ਦੀ ਤਾਂ ਗੱਲ ਕਰਦੇ ਨੇ, ਜਾਂ ਫਿਰ ਸੁੱਖ ਦੇ ਵਿੱਚ ਤੁਹਾਡੇ ਬਹੁਤ ਲੋਕ ਨੇੜੇ ਆਉਂਦੇ ਨੇ, ਜਦੋਂ ਦੁੱਖ ਆਉਂਦਾ ਹੈ ਤਾਂ ਉਦੋਂ ਕੋਈ ਖੜਦਾ ਨਹੀਂ। ਅੱਜ ਦੇ ਇਸ ਕਰੋਨਾ ਕ੍ਰਾਈਸਿਸ ਦੇ ਵਿੱਚ ਵੀ ਅਸੀਂ ਦੇਖ ਸਕਦੇ ਹਾਂ ਕਿ ਪਰਿਵਾਰਾਂ ਦੇ ਜਿਹੜੇ ਬੇਸ਼ੱਕ ਪਰਿਵਾਰ ਆਪਣੇ ਮਰੀਜ਼ਾਂ ਦੀ ਸੰਭਾਲ ਕਰਦੇ ਆ, ਪਰੰਤੂ ਸਾਡੇ ਕੋਲ ਇੱਦਾਂ ਦੀਆਂ ਵੀ ਖਬਰਾਂ ਨੇ ਕਿ ਆਪਣੇ ਸੰਬੰਧੀਆਂ ਨੂੰ ਲੋਕੀ ਛੱਡ ਦਿੰਦੇ ਨੇ, ਜਾਂ ਜਦੋਂ ਸੰਕਟ ਪੈਂਦਾ ਹੈ। ਤੇ ਇਹਦੇ ਬਾਰੇ ਗੁਰੂ ਮਹਾਰਾਜ ਨੇ ਕਿਹਾ ਕਿ ਦੁੱਖ ਤੇ ਸੁੱਖ ਦੋਨੋਂ ਸਮ ਕਰ ਜਾਣਨੇ ਚਾਹੀਦੇ ਆ, ਤੇ ਜਿਹੜਾ ਮਾਨ ਤੇ ਅਪਮਾਨ ਦੇ ਵਿੱਚ ਜਿਹੜਾ ਅੰਤਰ ਜਾਂ ਇਹ ਫਰਕ ਨਹੀਂ ਕਰਨਾ। ਤੇ ਹਰਖ ਸੋਗ ਤੇ ਜਿਹੜਾ ਮਨੁੱਖ ਅਤੀਤਾ ਹੋਏਗਾ ਉਹੀ ਸੋਸ਼ਲ ਹਾਰਮਨੀ ਦੇ ਵਿੱਚ ਰਹਿ ਸਕੇਗਾ। ਅਗਲੀ ਜਿਹੜੀ ਇੰਪੋਰਟੈਂਟ ਗੱਲ ਗੁਰੂ ਮਹਾਰਾਜ ਕਹਿੰਦਾ ਕਿ ਉਸਤਤ ਨਿੰਦਾ ਦੋ ਤਿਆਗ। ਅਸੀਂ ਨਿੰਦਾ ਤਾਂ ਤਿਆਗ ਸਕਦੇ ਹਾਂ, ਮਤਲਬ ਬੜਾ ਸੌਖਾ ਤੇ ਆਮ ਗੱਲ ਕਰਦੇ ਹਾਂ, ਪਰੰਤੂ ਉਸਤਤ ਤਿਆਗਣੀ ਬਹੁਤ ਔਖਾ ਕੰਮ ਹੈ, ਇਹ ਮੁਸ਼ਕਿਲ ਕੰਮ ਹੈ। ਤੇ ਜ਼ਿਆਦਾ ਹਰ ਬੰਦਾ, ਇੱਕ ਹਿਊਮਨ ਸਾਈਕੀ ਦੀ ਪ੍ਰੋਬਲਮ ਹੈ ਕਿ ਆਪਣੀ ਉਸਤਤ ਹਰ ਕੋਈ ਲੋਚਦਾ ਹੈ। ਇੱਥੇ ਵੀ ਅਸੀਂ ਜਿਸ ਦੀ ਉਸਤਤ ਨਹੀਂ ਵੀ ਕਰਨੀ ਚਾਹੁੰਦੇ ਇਸ ਜਗਤ ਦੇ ਵਿੱਚ, ਉਹਦੀ ਵੀ ਸਾਨੂੰ ਕਈ ਵਾਰੀ ਉਸਤਤ ਕਰਨੀ ਪੈਂਦੀ ਹੈ। ਪਰ ਗੁਰੂ ਮਹਾਰਾਜ ਕਹਿੰਦੇ ਕਿ ਜੇਕਰ ਤੁਸੀਂ ਇੱਕ ਹਾਇਰ ਸਪਿਰਚੁਅਲ ਸਟੇਜ ਤੇ ਜਾਣਾ, ਜਿਹਦੇ ਲਈ ਉਹਨਾਂ ਨੇ ਪਦ ਨਿਰਵਾਣੇ ਨੂੰ ਇੱਕ ਸਿੰਬੋਲਿਕਲੀ ਵਰਤਿਆ, ਉਹੀ ਪਦ ਜਿਹੜੀ ਅਸੀਂ ਇੱਕ ਸਪਿਰਚੁਅਲਿਟੀ ਦੀ ਸਟੇਜ ਹੈ, ਜਿਹੜੀ ਇੱਕ ਪਹੁੰਚੇ ਹੋਏ ਸੰਤ ਦੀ ਜਾਂ ਗੁਰਮੁਖ ਦੀ ਸਟੇਜ ਹੈ, ਉਹਦੇ ਲਈ ਗੁਰੂ ਮਹਾਰਾਜ ਨੇ ਪਦ ਨਿਰਵਾਣੇ ਦੀ ਗੱਲ ਕੀਤੀ ਹੈ। ਤੇ ਮਹਾਰਾਜ ਫਿਰ ਇਸੇ ਕਰਕੇ ਕਹਿੰਦਾ ਕਿ ਇਹ ਜਿਹੜਾ ਜਨ ਨਾਨਕ ਇਹ ਖੇਲ ਕਠਨ ਹੈ ਕਿਹਨੂੰ ਗੁਰਮੁਖ ਜਾਣਾ। ਤੇ ਇਸ ਖੇਲ ਨੂੰ ਗੁਰਮੁਖ ਜਾਣ ਸਕਦਾ ਜਾਂ ਇਸ ਮਾਰਗ ਦਾ ਪਾਂਧੀ ਗੁਰਮੁਖ ਬਣ ਸਕਦਾ। ਸੋ ਜਿਸ ਤਰ੍ਹਾਂ ਆਪਾਂ
ਹੁਣ ਗੱਲ ਕਰ ਰਹੇ ਸੀ ਕਿ ਜਿਹੜੀ ਪੀਸ ਮੇਨਟੇਨੈਂਸ ਦੇ ਲਈ ਕੀ ਹੋਣਾ ਚਾਹੀਦਾ ਹੈ ਤੇ ਗੁਰਮਤਿ ਦਾ ਜਿਹੜਾ ਸੰਕਲਪ ਹੈ ਇਹ ਕਿੱਥੋਂ ਸ਼ੁਰੂ ਹੁੰਦਾ ਹੈ। ਤੇ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਕਿ ਦੋ ਤਰ੍ਹਾਂ ਦੀ ਪੀਸ ਹੈ ਤੇ ਗੁਰਮਤਿ ਪਰਸਨਲ ਪੀਸ ਤੋਂ ਸ਼ੁਰੂ ਹੁੰਦੀ ਹੈ। ਜਿੱਦਾਂ ਆਪਾਂ ਨੈਗੇਟਿਵ ਪੀਸ ਤੇ ਪੋਜ਼ਿਟਿਵ ਪੀਸ ਦੀ ਗੱਲ ਕੀਤੀ ਸੀ, ਉਸੇ ਤਰ੍ਹਾਂ ਇੱਕ ਪਰਸਨਲ ਪੀਸ ਹੈ ਤੇ ਦੂਸਰੀ ਸੋਸ਼ਲ ਪੀਸ ਹੈ। ਜਦੋਂ ਪਰਸਨਲੀ ਅਸੀਂ ਸ਼ਾਂਤ ਇੱਕ ਉਸ ਸਟੇਜ ਦੇ ਵਿੱਚ ਪਹੁੰਚਾਂਗੇ ਜਿੱਥੇ ਪਦ ਨਿਰਵਾਣ ਦੀ ਗੱਲ ਗੁਰੂ ਮਹਾਰਾਜ ਕਰ ਰਹੇ ਨੇ, ਤਾਂ ਲਾਜ਼ਮੀ ਇੱਕ ਚੰਗੀ ਸਮਾਜ ਦੀ ਅਸੀਂ ਸਿਰਜਣਾ ਕਰ ਰਹੇ ਹੋਵਾਂਗੇ। ਸੋ ਪਰਸਨਲ ਪੀਸ ਤੋਂ ਸ਼ੁਰੂ ਹੋਏਗੀ ਸੋਸ਼ਲ ਪੀਸ, ਤੇ ਇਹਦੇ ਲਈ ਗੁਰੂ ਮਹਾਰਾਜ ਜਾਂ ਗੁਰਬਾਣੀ ਦੇ ਵਿੱਚ ਗੁਰਮਤਿ ਦਾ ਇੱਕ ਬਹੁਤ ਵਧੀਆ ਸੰਕਲਪ ਹੈ ਕਿ ਘਰ ਸੁਖ ਵਸਿਆ ਬਾਹਰ ਸੁਖ ਪਾਇਆ। ਸੋ ਘਰ ਨੂੰ ਸੁਖੀ ਕਿਵੇਂ ਬਣਾਉਣਾ ਹੈ, ਇਹਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਵਿੱਚ ਅਸੀਂ ਮਾਡਲ ਕੀ ਮਿਲਦਾ, ਮੈਂ ਉਹ ਮਾਡਲ ਦੀ ਗੱਲ ਤੁਹਾਡੇ ਨਾਲ ਪੁਆਇੰਟਾਂ ਦੇ ਵਿੱਚ ਸਾਂਝੀ ਕਰਾਂਗਾ। ਪਹਿਲੀ ਗੱਲ ਤਾਂ ਹੈ ਕਿ ਮਨੁੱਖ ਨੂੰ ਆਪੇ ਦੀ ਖੋਜ ਕਰਨੀ, ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਆਤਮ ਸਮਝ ਜਾਂ ਕਲਟੀਵੇਸ਼ਨ ਆਫ ਯੂਅਰ ਸੈਲਫ। ਰਾਸ਼ਟਰਵਾਦ ਦੇ ਕੰਟੈਕਸਟ ਦੇ ਵਿੱਚ ਮੈਨੂੰ ਕਨਫਿਊਸ਼ਨਿਜ਼ਮ ਦੀ ਇੱਕ ਗੱਲ ਬੜੀ ਚੰਗੀ ਲੱਗਦੀ ਹੈ, ਉਹ ਮੈਂ ਸਾਂਝੀ ਕਰਾਂਗਾ। ਉਹ ਕਹਿੰਦੇ ਕਿ ਸਭ ਤੋਂ ਪਹਿਲਾਂ ਮਨੁੱਖ ਨੂੰ ਆਪਣੇ ਸੈਲਫ ਨੂੰ ਕਲਟੀਵੇਟ ਕਰਨਾ ਚਾਹੀਦਾ, ਫਿਰ ਉਸ ਨੂੰ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਚਾਹੀਦਾ, ਫਿਰ ਉਸ ਨੂੰ ਆਪਣੇ ਆਂਢ ਗੁਆਂਢ ਦੇ ਬਾਰੇ ਸੋਚਣਾ ਚਾਹੀਦਾ, ਫਿਰ ਉਸ ਨੂੰ ਆਪਣੇ ਰਾਸ਼ਟਰ ਬਾਰੇ ਸੋਚਣਾ ਚਾਹੀਦਾ, ਰਾਸ਼ਟਰ ਤੋਂ ਬਾਅਦ ਫਿਰ ਉਸ ਨੂੰ ਇੱਕ ਬ੍ਰਹਿਮੰਡ ਦੇ ਬਾਰੇ, ਜਿਹਦੇ ਬਾਰੇ ਕਾਸਮਿਕ ਵਿਜ਼ਨ ਦੀ ਆਪਾਂ ਗੱਲ ਕਰਦੇ ਹਾਂ, ਉਹਦੇ ਬਾਰੇ ਸੋਚਣਾ ਚਾਹੀਦਾ। ਸੋ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਗੱਲ ਕਰਦੇ ਹਾਂ ਤਾਂ ਗੁਰੂ ਮਹਾਰਾਜ ਆਪੇ ਦੀ ਖੋਜ ਦੀ ਗੱਲ ਕਰਦੇ ਆ, ਪਰੰਤੂ ਜਿਹੜੀ ਸੋਸ਼ਲ ਹਾਰਮੋਨੀ ਦੀ ਪ੍ਰੋਬਲਮ ਆਈ ਹੈ ਉਹ ਸਾਡੇ ਕੋਲ ਮਾਡਰਨ ਲਾਈਫ ਸਟਾਈਲ ਨੇ ਦਿੱਤੀ ਹੈ ਔਰ ਮਾਡਰਨਿਟੀ ਦੀ ਜਿਹੜੀ ਥਾਟ ਹੈ ਉਹਨੇ ਦਿੱਤੀ ਹੈ। ਇਹਦੇ ਨਾਲ ਕੀ ਹੋ ਗਿਆ ਕਿ ਮਨੁੱਖ ਬਾਹਰ ਮੁਖੀ ਹੋ ਗਿਆ, ਅੰਤਰਮੁਖੀ ਅਸੀਂ ਨਹੀਂ ਰਹੇ। ਬਾਹਰੀ ਤੌਰ ਤੇ ਜਿਹੜੀਆਂ ਸਾਡੀਆਂ ਸਰੀਰਕ ਸੁੱਖ ਸਹੂਲਤਾਂ ਇਹ ਅਸੀਂ ਬਹੁਤ ਵੱਡੀ ਪੱਧਰ ਤੇ, ਜਿਹਨੂੰ ਅਸੀਂ ਕਹੀਏ ਕਿ ਮਟੀਰੀਅਲ ਕਲਚਰ ਦੇ ਵਿੱਚ ਅਸੀਂ ਕਾਫੀ ਐਡਵਾਂਸ ਹੋ ਗਏ ਦੁਨੀਆ ਪੱਧਰ ਤੇ, ਪਰੰਤੂ ਸਪਿਰਚੁਅਲੀ ਅਸੀਂ ਪਿੱਛੇ ਰਹੇ ਹਾਂ। ਸੋ ਇਹਦੇ ਲਈ ਮਨ ਨੂੰ ਖੋਜਣ ਦੇ ਲਈ ਗੁਰੂ ਮਹਾਰਾਜ ਦਾ ਸ਼ਬਦ ਕਾਫੀ ਇੱਥੇ ਵੀ ਦੁਹਰਾਇਆ ਗਿਆ ਕਈ ਵਾਰੀ, ਤੇ ਗੁਰੂ ਮਹਾਰਾਜ ਕਹਿੰਦੇ ਕਿ ਕਾਹੇ ਰੇ ਵਨ ਖੋਜਣ ਜਾਈ, ਸਰਬ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ। ਸੋ ਗੁਰੂ ਮਹਾਰਾਜ ਕਹਿੰਦੇ ਕਿ ਜਿਹੜਾ ਸਾਰਿਆਂ ਦਾ ਸਰਬ ਨਿਵਾਸੀ ਹੈ, ਸਭ ਦੇ ਵਿੱਚ ਵਸਦਾ। ਇੱਕ ਤਾਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਹਰ ਜੀਵ ਦੇ ਵਿੱਚ ਉਹੀ ਜਿਹੜਾ ਪਰਮਾਤਮਾ ਹੈ ਉਹ ਵਸ ਰਿਹਾ ਤੇ ਉਹੀ ਸਾਡੇ ਅੰਦਰ ਹੈ, ਤੇ ਉਹਨੂੰ ਖੋਜਣ ਦੀ ਗੱਲ ਕਰਦੇ ਆ ਗੁਰੂ ਮਹਾਰਾਜ। ਤੇ ਇਹਨੂੰ ਖੋਜਣ ਦੇ ਲਈ ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ, ਬਾਹਰ ਭੀਤਰ ਏਕੋ ਜਾਣੋ, ਇਹ ਗੁਰ ਗਿਆਨ ਬਤਾਏ। ਸੋ ਜਦੋਂ ਅਸੀਂ ਅੰਦਰ ਤੇ ਬਾਹਰ ਦਾ ਜਿਹੜਾ ਫਰਕ ਹੈ ਇਹਨੂੰ ਸਮਝਾਂਗੇ ਤਾਂ ਅਸੀਂ ਇੱਕ ਹਾਰਮੋਨੀ ਵਾਲੇ ਰਿਲੇਸ਼ਨ ਵੱਲ ਜਾਂ ਇੱਕ ਪੀਸਫੁਲ ਲਾਈਫ ਵੱਲ ਨੂੰ ਵਧਾਂਗੇ। ਤੇ ਦੂਸਰਾ ਜਿਹੜਾ ਪੁਆਇੰਟ ਗੁਰੂ ਮਹਾਰਾਜ ਕਹਿੰਦੇ ਕਿ ਫਰੀडम ਐਂਡ ਸਿਕਿਉਰਿਟੀ ਤੇ ਪੀਸ ਡਿਮਾਂਡਸ ਆਲ ਡੋਰਸ ਆਫ ਫਰੀडम ਸ਼ੁੱਡ ਬੀ ਓਪਨ। ਕਿ ਜਦੋਂ ਤੱਕ ਮਨੁੱਖ, ਕੱਲ ਵੀ ਕਪਿਲ ਕਪੂਰ ਜੀ ਨੇ ਇਹ ਗੱਲ ਕਰੀ ਸੀ ਕਿ ਸੁਤੰਤਰਤਾ ਦੀ, ਉਹ ਚਾਹੇ ਤੁਸੀਂ ਰਾਸ਼ਟਰ ਦੀ ਸੁਤੰਤਰਤਾ ਦੀ ਗੱਲ ਕਰੋ ਜਾਂ ਮਨੁੱਖ ਦੀ ਸੁਤੰਤਰਤਾ ਦੀ ਗੱਲ ਕਰੋ, ਕਿ ਜਿਹੜੀ ਫਰੀडम ਹੈ ਇਹ ਮਸਟ ਹੈ। ਤੇ ਫਰੀडम ਕਦੋਂ ਹੋਏਗੀ ਕਿ ਜਦੋਂ ਮਨੁੱਖ ਭੈ ਰਹਿਤ ਹੋਏਗਾ। ਤੇ ਭੈ ਰਹਿਤ ਹੋਣ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਇੱਕ ਸ਼ਲੋਕ 16 ਬਹੁਤ ਮਹੱਤਵਪੂਰਨ ਹੈ ਕਿ ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਕਹੇ। ਸੋ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਹਿੰਸਾ ਦੀ, ਵਾਇਲੈਂਸ ਦੀ, ਜਿਹੜਾ ਬੰਦਾ ਇਨਸਿਕਿਉਰ ਹੈ ਜਾਂ ਜਿਹੜਾ ਬੰਦਾ ਹਉਮੈ ਦੇ ਵਿੱਚ ਗਰਸਿਆ ਹੋਇਆ ਉਹ ਵਾਇਲੈਂਸ ਦੇ ਵੱਲ ਜਾਂਦਾ ਹੈ। ਤੇ ਇਸ ਗੱਲ ਨੂੰ, ਜਿਹੜੀ ਇਨਸਿਕਿਉਰਿਟੀ ਨੂੰ ਦੂਰ ਕਰਨ ਦੇ ਵਾਸਤੇ ਗੁਰੂ ਮਹਾਰਾਜ ਦਾ ਇੱਕ ਸ਼ਬਦ ਜਿਹੜਾ ਸਾਨੂੰ ਆਪਣੀ ਲਾਈਫ ਨੂੰ ਸਮਝਣ ਦੇ ਵਾਸਤੇ, ਜਿੱਥੋਂ ਅਸੀਂ ਕਲਟੀਵੇਸ਼ਨ ਆਫ ਸੈਲਫ ਦੀ ਗੱਲ ਕਰਦੇ ਹਾਂ, ਕਿ ਅੱਜ ਵੀ ਅਸੀਂ ਇਸ ਸੰਕਟ ਦੇ ਵਿੱਚ ਦੁਨੀਆ ਨੂੰ ਲੰਘ ਰਹੇ ਹਾਂ, ਪਰੰਤੂ ਅਸੀਂ ਜੀਵਨ ਦਾ ਜਿਹੜਾ ਤੱਤ ਹੈ ਉਹ ਨਹੀਂ ਪਹਿਚਾਣਦੇ। ਤੇ ਗੁਰੂ ਮਹਾਰਾਜ ਕੀ ਕਹਿੰਦਾ ਕਿ ਪਾਂਚ ਤੱਤ ਕੋ ਤਨ ਰਚਿਓ, ਜਾਨੋ ਚਤਰ ਸਜਾਨ, ਜਿਹ ਤੇ ਉਪਜਿਓ ਨਾਨਕਾ, ਲੀਨ ਤਹਿ ਮੈਂ ਜਾ। ਤੇ ਜਦੋਂ ਮਨੁੱਖ ਪੰਜ ਤੱਤਾਂ ਦਾ, ਤੇ ਇਹਦੇ ਵਿੱਚ ਇਸ ਤਰ੍ਹਾਂ ਪਾਣੀ ਤੇ ਬੁਲਬੁਲੇ ਦੇ ਜਿਹੜੇ ਆਪਾਂ ਮਿਸਾਲ ਦੇ ਨਾਲ ਗੁਰੂ ਮਹਾਰਾਜ ਨੇ ਸਮਝਾਉਣ ਦੀ ਗੱਲ ਕੀਤੀ ਹੈ। ਤੇ ਤੀਸਰਾ ਪੁਆਇੰਟ ਜਿਹੜਾ ਹਾਰਮੋਨੀ ਦੇ ਲਈ ਇੰਪੋਰਟੈਂਟ ਹੈ ਉਹ ਹੈਗੇ ਫਾਰਗਿਵਨੈਸ, ਮੁਆਫੀ। ਤੇ ਮੈਂ ਜਿੱਥੇ ਆਪਾਂ ਗੁਰਬਾਣੀ ਦੀ ਗੱਲ ਕਰਦੇ ਸੀ ਤਾਂ ਉੱਥੇ ਆਪਾਂ ਗੁਰੂ
ਪਾਤਸ਼ਾਹ ਦੇ ਅਨੁਭਵ ਦੇ ਵਿੱਚੋਂ ਵੀ ਆਪਾਂ ਗੱਲ ਲਈਏ ਕਿ ਜਦੋਂ ਮੱਖਣ ਸ਼ਾਹ ਲਵਾਣਾ ਜੀ ਨੇ ਗੁਰੂ ਲਾਧੋ ਰਾਏ ਦਾ ਮਤਲਬ ਉਚਾਰਨ ਕੀਤਾ ਤਾਂ ਸੀਹੇ ਮਸੰਦ ਨੇ ਗੁਰੂ ਸਾਹਿਬ ਦੇ ਉੱਤੇ ਗੋਲੀ ਚਲਾਈ। ਸਿੱਖਾਂ ਨੇ ਉਹਨੂੰ ਫੜ ਕੇ ਗੁਰੂ ਮਹਾਰਾਜ ਦੇ ਸਾਹਮਣੇ ਪੇਸ਼ ਕੀਤਾ, ਪਰੰਤੂ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨੂੰ ਮਾਫ ਕਰ ਦਿੱਤਾ। ਜਦੋਂ ਤੱਕ ਅਸੀਂ ਫਾਰਗਿਵਨੈਸ ਦਾ ਜਿਹੜਾ ਸਿਧਾਂਤ ਨਹੀਂ ਸਮਝਾਂਗੇ, ਉਦੋਂ ਤੱਕ ਸਮਾਜ ਦੇ ਵਿੱਚ ਅਸੀਂ ਜਿਹੜੀ ਸ਼ਾਂਤੀ ਜਾਂ ਹਾਰਮਨੀ ਨਹੀਂ ਐਸਟੈਬਲਿਸ਼ ਕਰ ਸਕਦੇ। ਸੋ ਮਨੁੱਖ ਹਉਮੈ ਦੇ ਵਿੱਚ ਰਹਿੰਦਾ ਤੇ ਜਿਹੇ ਪ੍ਰਾਣੀ ਹਉਮੈ ਤਜੀ ਕਰਤਾ ਰਾਮ ਪਛਾਣ, ਤੇ ਜਿਹੜੇ ਬੰਦਾ ਹਉਮੈ ਨੂੰ ਤਾਜੇਗਾ ਉਹ ਜਿਹੜਾ ਵਿਅਕਤੀ ਹੈ, ਕਹੋ ਨਾਨਕ ਉਹ ਮੁਕਤ ਨਰ ਜਿਨ ਸਾਚੀ ਮਾਨ। ਸੋ ਫਾਰਗਿਵਨੈਸ ਜਾਂ ਮਾਫੀ ਵੀ ਉਹ ਦੇਗਾ ਕਿ ਜਿਹਨੇ ਜਿਹੜਾ ਮੁਕਤ ਹੋਏਗਾ, ਜੀਵਨ ਮੁਕਤਾ ਜਿਹੜਾ ਵਿਅਕਤੀ ਹੈ। ਤੇ ਚੌਥਾ ਪੁਆਇੰਟ ਜਿਹੜਾ ਮੈਂ ਗੱਲ ਕਰਨੀ ਚਾਹੁੰਦਾ ਸੀਗਾ, ਜਿਹਦੇ ਬਾਰੇ ਆਪਾਂ ਪਹਿਲਾਂ ਥੋੜੀ ਜਿਹੀ ਗੱਲ ਕਰ ਰਹੇ, ਉਹ ਹੈ ਸੋਸ਼ਲ ਪੀਸ। ਸੋਸ਼ਲ ਪੀਸ ਦੇ ਬਾਰੇ ਕਿਉਂਕਿ ਤੁਸੀਂ ਸਾਰੇ ਹੀ ਜਾਣਦੇ ਹੋ, ਤੇ ਇੱਕ ਜਿਹੜਾ ਸਿੱਖੀਜ਼ਮ ਹੈ ਇੱਕ ਸਮਾਜਿਕ ਧਰਮ ਹੈ, ਸੰਗਤ ਦਾ ਧਰਮ ਹੈ, ਸਰਬ ਸਾਂਝੀਵਾਲਤਾ ਦਾ ਧਰਮ ਹੈ। ਸੋ ਜੋ ਪ੍ਰਾਣੀ ਮਮਤਾ ਤਜੇ ਮੋਹ ਲੋਭ ਹੰਕਾਰ, ਕਹੋ ਨਾਨਕ ਆਪਨ ਤਰੇ ਔਰੋਂ ਲੇਤ ਉਧਾਰ। ਇਹ ਬੜੀ ਇੰਪੋਰਟੈਂਟ ਹੈ ਕਿ ਜਦੋਂ ਤੁਸੀਂ ਆਪ ਸੱਚ ਨੂੰ ਸਮਝ ਲਓਗੇ, ਆਪ ਗੁਰੂ ਦੀ ਸਿੱਖਿਆ ਨੂੰ ਮੰਨ ਲਓਗੇ, ਤਾਂ ਫਿਰ ਜਿੱਥੇ ਤੁਸੀਂ ਆਪ ਤੁਰੋਗੇ ਫਿਰ ਦੂਸਰਿਆਂ ਦੇ ਤਾਰਨ ਦੇ ਲਈ ਵੀ ਤੁਸੀਂ ਕਾਰਜ ਕਰੋਗੇ। ਸੋ ਅਗਲੀ ਹੈਗੀ ਹੈ ਗੱਲ ਸੋਸ਼ਲ ਰਿਸਪੌਂਸਿਬਿਲਿਟੀ। ਸੋਸ਼ਲ ਰਿਸਪੌਂਸਿਬਿਲਿਟੀ ਦੇ ਲਈ ਜਿਵੇਂ ਅਸੀਂ ਅੱਜ ਦੇ ਮਨੁੱਖ ਦੇ ਸੰਕਟ ਦੀ ਵੀ ਗੱਲ ਦੇਖਦੇ ਹਾਂ, ਸੋ ਗੁਰੂ ਮਹਾਰਾਜ ਨੇ ਸੋਸ਼ਲ ਰਿਸਪੌਂਸਿਬਿਲਿਟੀ ਦੀ ਸਭ ਤੋਂ ਵੱਡੀ ਐਗਜ਼ਾਮਪਲ ਗੁਰੂ ਮਹਾਰਾਜ ਦੀ ਸ਼ਹਾਦਤ ਹੈ। ਸ਼ਹਾਦਤ ਦੇ ਬਾਰੇ ਤੁਸੀਂ ਕਾਫੀ ਚਰਚਾ ਕਰ ਚੁੱਕੇ ਹੋ, ਤੇ ਮੈਂ ਇਸ ਗੱਲ ਨੂੰ ਇੱਥੇ ਛੱਡ ਕੇ ਅੱਗੇ ਚੱਲਦਾ ਹਾਂ। ਸੋ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਸੀਗੇ, ਮਨੁੱਖ ਆਪਣੇ ਹੰਕਾਰ ਦੇ ਵਿੱਚ ਜਾਂ ਮੋਡਰਨਿਟੀ ਨੇ ਜੋ ਸਾਨੂੰ ਦਿੱਤਾ ਹੈ, ਉਹ ਅਸੀਂ ਅਸਲ ਦੇ ਵਿੱਚ ਜੋ ਸੱਚ ਨਹੀਂ ਹੈ ਉਹਨੂੰ ਸੱਚ ਨੂੰ ਮੰਨ ਲਿਆ, ਮਾਇਆ ਨੂੰ ਸੱਚ ਮੰਨ ਕੇ ਅਸੀਂ ਮਾਇਆ ਦਾ ਜਿਹੜਾ ਭਿਅੰਕਰ ਰੂਪ ਹੈ ਕੈਪੀਟਲ ਦੇ ਪਿੱਛੇ ਲੱਗੇ ਹੋਏ ਹਾਂ। ਪਰੰਤੂ ਜਦ ਅਸੀਂ ਮੌਤ ਦਾ ਹੁਣ ਤਾਂਡਵ ਨਾਚ ਦੇਖ ਰਹੇ ਹਾਂ, ਮੌਤ ਦਾ ਸੇਕ ਦੇਖ ਰਹੇ ਹਾਂ, ਬਲ ਰਹੇ ਸਿਵੇ ਦੇਖ ਰਹੇ ਹਾਂ, ਤਾਂ ਸਾਨੂੰ ਲੱਗਦਾ ਕਿ ਉਹ ਕੈਪੀਟਲ ਵੀ ਕਿਸੇ ਦੇ ਕੰਮ ਨਹੀਂ ਆ ਰਹੀ। ਸੋ ਗੁਰੂ ਮਹਾਰਾਜ ਨੇ ਕੀ ਕਿਹਾ ਕਿ ਅਸੀਂ ਝੂਠੇ ਲਾਲਚਾਂ ਦੇ ਵਿੱਚ ਲੱਗੇ ਹੋਏ ਹਾਂ, ਸੋ ਝੂਠੇ ਮਾਣ ਦੇ ਵਿੱਚ ਲੱਗੇ ਹੋਏ ਹਾਂ, ਇਸ ਕਰਕੇ ਅਸੀਂ ਦੂਸਰਿਆਂ ਨੂੰ ਕੁਛ ਨਹੀਂ ਸਮਝਦੇ। ਮਹਾਰਾਜ ਸਾਨੂੰ ਕੀ ਕਹਿੰਦਾ ਕਿ ਝੂਠੇ ਮਾਨ ਕਹਾਂ ਕਰੇ ਜਗ ਸੁਪਨੇ ਜੋ ਜਾਨ, ਇਨਮੇ ਕੁਛ ਤੇਰੋ ਨਹੀਂ ਨਾਨਕ ਕਹਿਓ। ਜਦੋਂ ਮਨੁੱਖ ਮੇਰੀ ਦੇ ਚੱਕਰ ਦੇ ਵਿੱਚ ਪਏਗਾ, ਮੈਂ ਦੇ ਵਿੱਚ ਪਏਗਾ, ਤਦ ਉਹ ਦੂਸਰਿਆਂ ਦੇ ਨਾਲ ਸਮਾਜਿਕ ਹਾਰਮੋਨੀ ਵਾਲੇ ਰਿਲੇਸ਼ਨ ਦੇ ਵਿੱਚ ਨਹੀਂ ਰਹਿ ਸਕਦਾ। ਸੋ ਜਿਹੜਾ ਨੈਕਸਟ ਪੁਆਇੰਟ ਸਾਡੇ ਕੋਲ ਆਉਂਦਾ ਐਥਿਕਸ ਦਾ, ਨੈਤਿਕਤਾ ਦਾ। ਨੈਤਿਕ ਦੇ ਲਈ ਮੈਂ ਫਿਰ ਗੁਰੂ ਮਹਾਰਾਜ ਦੇ ਜੀਵਨ ਦੇ ਵਿੱਚ ਇੱਕ ਛੋਟੀ ਐਗਜ਼ਾਮਪਲ ਕਿ ਜਦੋਂ ਸੀਹੇ ਦੌਰ ਨੂੰ ਮਸੰਦ ਨੂੰ ਫੜਿਆ ਤਾਂ ਉਹਦਾ ਸਮਾਨ ਲੁੱਟ ਲਿਆ, ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਕੀਰਤਪੁਰ ਵੱਲ ਜਾ ਰਹੇ ਨੇ ਤਾਂ ਉਹਨਾਂ ਨੂੰ ਉਸ ਸਮੇਂ ਪਤਾ ਲੱਗਿਆ ਕਿ ਇਹਨਾਂ ਸਿੱਖਾਂ ਕੋਲ ਤਾਂ ਇੱਕ ਆਦ ਬੀੜ ਹੈ, ਜਿਹੜੀ ਬੀੜ ਉਹਨਾਂ ਨੇ ਜ਼ਬਰਦਸਤੀ ਖੋ ਕੇ ਲਿਆਂਦੀ ਸੀ। ਤੇ ਗੁਰੂ ਮਹਾਰਾਜ ਨੇ ਕਿਹਾ ਕਿ ਇਹ ਬੀੜ ਤੁਸੀਂ ਭਾਈ ਉਹਨਾਂ ਦੇ ਸਮਾਨ ਦੇ ਨਾਲ ਵਾਪਸ ਕਿਉਂ ਨਹੀਂ ਕੀਤੀ? ਤਾਂ ਸਿੱਖਾਂ ਨੇ ਕਿਹਾ ਕਿ ਮਹਾਰਾਜ ਹੁਣ ਤੁਸੀਂ ਗੁਰੂ ਹੋ ਤੇ ਇਸ ਕਰਕੇ ਇਸ ਬੀੜ ਦੇ ਉੱਤੇ ਆਪਣਾ ਅਧਿਕਾਰ ਹੈ। ਤਾਂ ਗੁਰੂ ਮਹਾਰਾਜ ਨੇ ਕਿਹਾ ਕਿ ਕਿਸੇ ਤੋਂ ਜ਼ਬਰਦਸਤੀ ਜਿਹੜੀ ਕੋਈ ਚੀਜ਼ ਖੋਣੀ ਹੈ ਉਹ ਅਨੈਥੀਕਲ ਹੈ। ਸੋ ਜਦੋਂ ਤੁਸੀਂ ਅਨੈਥੀਕਲ ਦੀ ਗੱਲ ਕਰੋਗੇ, ਉਹ ਭਾਵੇਂ ਵੱਡੇ ਲੋਕ ਹੋਣ ਜਾਂ ਕਿਸੇ ਨੇ ਤਖਤ ਬਣਾਇਆ ਹੋਵੇ, ਜਿੱਦਾਂ ਅਸੀਂ ਔਰੰਗਜ਼ੇਬ ਦੀ ਗੱਲ ਕਰਦੇ ਹਾਂ, ਔਰੰਗਜ਼ੇਬ ਦਾ ਰਾਜ, ਅੱਜ ਔਰੰਗਜ਼ੇਬ ਨੂੰ ਕੌਣ ਯਾਦ ਕਰਦਾ ਹੈ? ਇਹੀ ਗੱਲ ਗੁਰੂ ਮਹਾਰਾਜ ਨੇ ਆਪਣੀ ਬਾਣੀ ਦੇ ਰਾਹੀਂ ਸਾਨੂੰ ਸਮਝਾਈ ਸੀ, ਜਿੱਥੇ ਗੁਰੂ ਮਹਾਰਾਜ ਕਹਿੰਦਾ ਕਿ ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕੁਛ ਨਹੀਂ ਸੁਪਨੇ ਜੋ ਸੰਸਾਰ। ਸੋ ਜਦੋਂ ਅਸੀਂ ਇਸ ਰਿਐਲਿਟੀ ਨੂੰ ਸਮਝ ਲਵਾਂਗੇ ਕਿ ਅਸੀਂ ਥਿਰ ਨਹੀਂ ਹਾਂ, ਇਹ ਜਿਹੜੀ ਜਗ ਰਚਨਾ ਜਦੋਂ ਝੂਠ ਹੋਣ ਦੀ ਗੱਲ ਕਰਦਾ, ਸਾਨੂੰ ਸੱਚ ਦੇ ਨਾਲ ਜੋੜਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਹੈ। ਜਗ ਨੂੰ ਜਿਸ ਤਰ੍ਹਾਂ ਕ੍ਰਿਸਚੈਨਿਟੀ ਦੇ ਵਿੱਚ ਕਿਹਾ ਗਿਆ ਕਿ ਇਹ ਮਨੁੱਖ ਨੂੰ ਸ਼ਰਾਪ ਮਿਲਿਆ ਹੈ ਜਾਂ ਉਹਦਾ ਮਨੁੱਖ ਆਪਣੀ ਸਜ਼ਾ ਭੋਗਦਾ, ਅਜਿਹੀ ਗੱਲ ਨਹੀਂ ਹੈ। ਕਿ ਗੁਰਮਤਿ ਦੇ ਮੁਤਾਬਕ ਜਿਹੜਾ ਇਹ ਸੰਸਾਰ ਹੈ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਤੇ ਇਹ ਜਗਤ ਨੂੰ ਹੀ ਸੱਚ ਮੰਨ ਲੈਣਾ, ਇਹਦੇ ਸਿਰਜਕ ਨੂੰ ਭੁੱਲ ਜਾਣਾ, ਤਾਂ ਗੁਰੂ ਮਹਾਰਾਜ ਸਾਨੂੰ ਇਸ ਪਾਸੇ ਵੱਲ ਤੋਰਦੇ ਆ। ਤੇ ਅਗਲੀ ਗੱਲ ਹੈਗੀ ਹੈ ਕਮਿਟਮੈਂਟ। ਕਮਿਟਮੈਂਟ ਸਿੱਖਾਂ ਦੇ ਗੁਰੂ ਪ੍ਰਤੀ
ਸ਼ਹਾਦਤ ਦੀ ਪਰੰਪਰਾ, ਕਿਉਂਕਿ ਗੁਰੂ ਤੇ ਸਿੱਖ ਦੋਨੇ ਆਇਡੈਂਟੀਕਲ ਨੇ। ਮੈਂ ਮਨਵਿੰਦਰ ਸਿੰਘ ਦੀ ਗੱਲ ਨਾਲ ਸਹਿਮਤ ਨਹੀਂ ਹਾਂ। ਸਿੱਖੀ ਤੇ ਗੁਰੂ ਜਾਂ ਪੰਜਾਬੀਅਤ ਇਹਨਾਂ ਨੂੰ ਤੁਸੀਂ ਨਿਖੇੜ ਨਹੀਂ ਸਕਦੇ। ਉਹੀ ਗੱਲ ਸਾਨੂੰ ਕਨਫਿਊਜ਼ਨ ਦੀ ਗੱਲ ਲੈਣੀ ਪਏਗੀ ਕਿ ਪਹਿਲਾਂ ਤੁਸੀਂ ਸੈਲਫ ਤੋਂ ਗੱਲ ਕਰੋਗੇ, ਪਰਿਵਾਰ ਤੋਂ ਗੱਲ ਕਰੋਗੇ, ਫਿਰ ਵੱਡੀ ਇਕਾਈ ਤੋਂ। ਸੋ ਜਦੋਂ ਅਸੀਂ ਇਸ ਕਿਸਮ ਦੀ ਕਮਿਟਮੈਂਟ ਦੀ ਗੱਲ ਕਰਦੇ ਹਾਂ ਤਾਂ ਰਾਸ਼ਟਰ ਦੇ ਲਈ ਜੋ ਕੁਝ ਸਿੱਖਾਂ ਨੇ ਕੀਤਾ, ਮੈਂ ਸਿੱਖਾਂ ਨੇ ਇਸ ਕਰਕੇ ਜ਼ੋਰ ਪਾਉਣਾ, ਸਿੱਖ ਆਇਡੈਂਟੀਟੀ ਬੜੀ ਇੰਪੋਰਟੈਂਟ ਹੈ ਜਿਹੜੀ ਗੁਰੂ ਸ਼ਹਾਦਤ ਦੇ ਨਾਲ ਆਉਂਦੀ ਹੈ। ਇੰਡੀਅਨ ਫਰੀडम ਮੂਵਮੈਂਟ ਦੇ ਵਿੱਚ ਸਿੱਖਾਂ ਦੀ ਕੰਟਰੀਬਿਊਸ਼ਨ ਆਬਾਦੀ ਦੇ ਪੋਪੂਲੇਸ਼ਨ ਦੇ ਹਿਸਾਬ ਦੇ ਨਾਲ ਤੁਸੀਂ ਦੇਖੋ, ਫਾਂਸੀਆਂ ਤੇ ਚੜ੍ਹਨ ਵਾਲੇ, ਜੇਲ੍ਹਾਂ ਕੱਟਣ ਵਾਲੇ, ਇਹਦੇ ਪਿੱਛੇ ਕੀ ਹੈ? ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਤੇ ਉਹਨਾਂ ਦੀ ਜਿਹੜੀ ਸ਼ਹਾਦਤ ਦਾ ਪ੍ਰਭਾਵ, ਮੁਗਲ ਹਕੂਮਤ ਦਾ ਇੱਥੋਂ ਖਾਤਮਾ ਕਰਨਾ। ਇਹਦੇ ਪਿੱਛੇ ਵੀ ਇੱਕ, ਜਿਸ ਤਰ੍ਹਾਂ ਕੱਲ ਗੱਲ ਕਰ ਰਹੇ ਸੀ, ਸ਼ਾਇਦ ਡਾਕਟਰ ਜਸਪਾਲ ਸਿੰਘ ਜੀ ਗੱਲ ਕਰਦੇ ਸੀ ਕਿ ਗੁਰੂ ਸ਼ਹਾਦਤ ਤੋਂ ਪਹਿਲਾਂ ਇਸ ਧਰਤੀ ਦੇ ਜਾਂ ਇਸ ਜਿਹੜਾ ਖਿੱਤਾ ਹੈ, ਇਸ ਸਭਿਅਤਾ ਦੇ ਵਿੱਚ ਕਲੈਕਟਿਵ ਕਾਜ਼ ਦੇ ਲਈ ਸ਼ਹੀਦ ਹੋਣ ਵਾਲੇ ਜਾਂ ਅੱਗੇ ਹੋਣ ਵਾਲੇ, ਆਪਣਾ ਆਪਾ ਕਰਨ ਵਾਲੇ ਲੋਕਾਂ ਦੀ ਘਾਟ ਸੀ। ਇਹ ਸ਼ੁਰੂਆਤ ਗੁਰੂ ਤੇਗ ਬਹਾਦਰ ਸਾਹਿਬ ਤੋਂ ਹੋਈ ਹੈ। ਜਦੋਂ ਅਸੀਂ ਇੰਡੀਅਨ ਫਰੀडम ਮੂਵਮੈਂਟ ਦੀ ਗੱਲ ਕਰਦੇ ਹਾਂ, ਉਹਦੇ ਤੇ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹਾਦਤ ਦਾ ਪ੍ਰਭਾਵ ਦਿਖੇਗਾ। ਇਸੇ ਤਰ੍ਹਾਂ ਤੁਸੀਂ ਜਦੋਂ ਐਗਰੀਕਲਚਰ ਡਿਵੈਲਪਮੈਂਟ ਦੀ ਗੱਲ ਕਰਦੇ ਹੋ, ਉਹਦੇ ਵਿੱਚ ਵੀ ਸਾਨੂੰ ਸਿੱਖ ਜਾਂ ਗੁਰਮਤਿ ਦਾ ਜਿਹੜਾ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ, ਜਾਂ ਘਾਲ ਖਾਏ ਕੁਛ ਹੱਥੋਂ ਦੇ, ਜਾਂ ਆਪਣੀ ਕਿਰਤ ਦੇ ਨਾਲ ਰਹਿਣਾ। ਤੇ ਜਦੋਂ ਅਸੀਂ ਐਗਰੀਕਲਚਰ ਡਿਵੈਲਪਮੈਂਟ ਦੀ, ਜਾਂ ਫਿਰ ਜਦੋਂ ਇਸ ਮੁਲਕ ਦੀ ਰੱਖਿਆ ਦੇ ਲਈ ਗੱਲ ਕਰਦੇ ਹਾਂ, ਤੇ ਜਿਹੜਾ ਇਸ ਨਾਰਾ ਲੱਗਿਆ ਸੀ, ਜੈ ਜਵਾਨ ਜੈ ਕਿਸਾਨ, ਆਪਣੇ ਇਸ਼ਟ ਦੇ ਲਈ, ਆਪਣੀ ਧਰਤੀ ਦੇ ਲਈ ਜਿਹੜਾ ਕਮਿਟਡ ਹੋਣਾ, ਇਹ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਸਬਕ ਮਿਲਦੇ ਨੇ। ਜਦੋਂ ਅਸੀਂ ਹਾਰਮੋਨੀ ਦੀ ਗੱਲ ਕਰਦੇ ਹਾਂ, ਉਹਦੇ ਲਈ ਬੜੀ ਇੰਪੋਰਟੈਂਟ ਗੱਲ ਹੈ ਕਿ ਜਦੋਂ ਦੋ ਧਿਰਾਂ ਲੜ ਰਹੀਆਂ ਹੋਣ ਤਾਂ ਉਹਨਾਂ ਦੇ ਵਿੱਚ ਸਾਲਸੀ ਹੋਣਾ ਚਾਹੀਦਾ ਕਿ ਤੁਹਾਡੀ ਭੂਮਿਕਾ ਕਿੱਦਾਂ ਦੀ ਹੈ, ਨਾ ਕਿ ਇੱਕ ਧਿਰ ਨੂੰ ਤੁਸੀਂ ਚੱਕ ਕੇ ਦੂਸਰੀ ਦੇ ਨਾਲ ਲੜਾਉਣਾ। ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਅਸਾਮ ਦੇ ਵਿੱਚ ਰਾਜਾ ਰਾਮ ਦੇ ਨਾਲ ਜਿਹੜਾ ਇੱਕ ਉਹਨਾਂ ਨੇ ਦੋ ਧਿਰਾਂ ਨੂੰ ਜਿਹੜੀਆਂ ਲੜਦੀਆਂ ਦੇ ਵਿੱਚ ਇੱਕ ਸਾਲਸੀ ਦਾ ਕੰਮ ਕੀਤਾ। ਜਦੋਂ ਅਸੀਂ ਵਿਸ਼ਵ ਪੱਧਰ ਤੇ ਹਾਰਮੋਨੀ ਦੀ ਗੱਲ ਕਰਦੇ ਹਾਂ, ਟ੍ਰੀਟੀਜ਼ ਹੁੰਦੀਆਂ, ਸਮਝੌਤੇ ਹੁੰਦੇ ਨੇ, ਤਾਂ ਉਸ ਕਿਸਮ ਦੀ ਜਿਹੜੀ ਇੰਸਪੀਰੇਸ਼ਨ ਸਾਨੂੰ ਗੁਰੂ ਮਹਾਰਾਜ ਦੇ ਜੀਵਨ ਦੇ ਵਿੱਚੋਂ ਮਿਲਦੀ ਹੈ। ਤੇ ਅਖੀਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਇਹ ਗੱਲ ਸਮਝਾਉਂਦੇ ਆ ਕਿ ਮਨੁੱਖ ਨੂੰ ਆਪਣੀ ਜ਼ਿੰਦਗੀ ਦਾ ਜਿਹੜਾ ਏਮ, ਮਕਸਦ ਸਮਝਣਾ ਚਾਹੀਦਾ। ਤੇ ਇਹ ਇੱਕ ਗੱਲ ਅਲਾਂਭੇ ਮਾਤਰ ਵੀ ਕਹਿੰਦੇ ਆ। ਗੁਰੂ ਮਹਾਰਾਜ ਜਦੋਂ ਕਹਿੰਦਾ ਕਿ ਗੁਣ ਗੋਬਿੰਦ ਗਾਇਓ ਨਹੀਂ ਜਨਮਕਾਰ, ਤੇ ਜਿਹੜੇ ਕੰਮ ਦੇ ਲਈ ਮਨੁੱਖ ਨੇ ਇੱਥੇ ਦੂਸਰੇ ਜੀਵ ਜੰਤੂਆਂ ਦੇ ਨਾਲ ਫਰਕ ਹੈ, ਗੋਬਿੰਦ ਮਿਲ ਕੇ ਇਹ ਤੇਰੀ ਵਰੀ ਆ। ਤੇ ਜਿਹੜਾ ਕੰਮ ਮਨੁੱਖ ਨੇ ਆਪਣੇ ਅਧਿਆਤਮਿਕਤਾ ਦੇ ਨਾਲ ਆਪਣੀ ਆਤਮ ਦੀ ਖੋਜ ਕਰਨੀ ਸੀ, ਉਹ ਕੀਤਾ ਨਹੀਂ ਹੈ। ਸੋ ਇਸ ਕਰਕੇ ਇਸ ਜੱਗ ਨੂੰ ਅਗਲੀ ਗੱਲ ਸਮਝਾਉਂਦੇ ਆ ਕਿ ਇਸ ਜੱਗ ਮੀਤ ਨਾ ਦੇਖੋ ਕੋਈ, ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੈਂ ਸੰਗ ਨਾ ਕੋਈ। ਕਿ ਮਨੁੱਖ ਨੇ ਕੀ ਕਰ ਲਿਆ ਕਿ ਆਪਣੇ ਪਰਿਵਾਰ ਨੂੰ, ਆਪਣੇ ਇੱਕ ਪਾਰਟਿਕੂਲਰ ਧਰਤੀ ਨੂੰ, ਆਪਣੇ ਇੱਕ ਧਰਮ ਨੂੰ, ਆਪਣੇ ਇੱਕ ਰਾਸ਼ਟਰ ਨੂੰ ਹੀ ਸਾਰਾ ਕੁਝ ਮੰਨ ਕੇ ਜਦੋਂ ਚੱਲੇਗਾ ਤਾਂ ਉਹ ਇੱਕ ਜਿਹੜੇ ਉਹਦੇ ਜੀਵਨ ਦਾ ਜਿਹੜਾ ਉਦੇਸ਼ ਹੈ ਉਸ ਪਾਸੇ ਵੱਲ ਨਹੀਂ ਵਧੇਗਾ। ਸੋ ਮੈਂ ਸਾਰ ਦੇ ਵਿੱਚ ਇੱਕ ਦੋ ਲਾਈਨਾਂ ਪੜ੍ਹ ਕੇ ਗੱਲ ਸਮਾਪਤ ਕਰਨਾ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ, ਅਨੁਭਵ ਅਤੇ ਉਹਨਾਂ ਦੀ ਬਾਣੀ ਦੀ ਸਮਝ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਲਈ ਧਰਮ ਕਿਸੇ ਕਿਸਮ ਦੀ ਨਿੱਜੀ ਪ੍ਰਾਪਤੀ ਜਾਂ ਸਵੈ ਦੀ ਖੁਸ਼ੀ ਤੇ ਸ਼ਾਂਤੀ ਤੱਕ ਸੀਮਿਤ ਨਹੀਂ ਸੀ। ਗੁਰੂ ਸਾਹਿਬ ਦੇ ਧਰਮ ਦੇ ਉਦੇਸ਼ ਨੂੰ ਸਭ ਸਾਂਝੀ ਵਾਲਤਾ ਦੇ ਨਾਲ ਜੋੜਦੇ ਨੇ ਤੇ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਵਿੱਚ ਸਮਾਜਿਕ ਅਧਿਆਤਮਿਕਤਾ, ਸੋਸ਼ਲ ਸਪਿਰਚੁਅਲਿਟੀ ਦਾ ਜਿਹੜਾ ਇੱਕ ਗੁਰਮਤਿ ਮਾਡਲ ਸਾਡੇ ਸਾਹਮਣੇ ਆਉਂਦਾ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਕਮੈਂਟ ਦੇ ਰਾਹੀਂ ਸਾਡੇ ਨਾਲ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ। ਜੇਕਰ ਤੁਸੀਂ ਇਹ ਚੈਨਲ ਸਬਸਕ੍ਰਾਈਬ ਕਰੋਗੇ ਤਾਂ ਸਾਨੂੰ ਬਹੁਤ ਅੱਛਾ ਲੱਗੇਗਾ।